ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਚੈਨਲ ਆਵਾਜ਼ੇ ਪੰਜਾਬ। ਮੇਰਾ ਨਾਮ ਹੈ ਬੋਨੀ ਬਿੰਦਰਾ। ਅੱਜ ਦੀ ਸ਼ਾਮ ਦੀਆਂ ਮੁੱਖ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈਆਂ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਨੇ ਸੀਨੀਅਰ ਪੱਤਰਕਾਰ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲਾਂ ਦੱਸਿਓ ਉਹਦੇ ਵਿੱਚ। ਬਹੁਤ ਧੰਨਵਾਦ ਬੋਨੀ ਜੀ। ਕੁਲਵੰਤ ਜੀ, ਬੜਾ ਭੜਥੂ ਮੱਚਿਆ ਹੋਇਆ ਅੱਜ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ। ਹਾਲਾਂਕਿ ਓਫੀਸ਼ੀਅਲੀ ਤੌਰ 'ਤੇ ਨਹੀਂ ਕੁਝ ਕਿਹਾ ਜਾ ਰਿਹਾ, ਪਰ ਜਿਹੜੇ ਰਾਜਨੀਤਿਕ ਗਲਿਆਰੇ ਨੇ ਉਹਨਾਂ ਦੇ ਵਿੱਚ ਰੌਲਾ ਚੱਲ ਰਿਹਾ ਕਿ ਐਮਐਲਏ ਜਿਹੜੇ ਪੈਨਸ਼ਨਾਂ ਲੈਂਦੇ ਰਹੇ ਆ ਪਿਛਲੇ 4-5-6 ਸਾਲਾਂ ਤੋਂ, ਉਹਦੇ 'ਚ 100 ਕਰੋੜ ਦਾ ਘਪਲਾ ਹੋਇਆ। ਤੇ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਜੇ ਕੱਲ੍ਹ ਹੀ ਭਗਵੰਤ ਮਾਨ ਉਹਨਾਂ ਨੇ ਜਿਹੜਾ ਆਪਣਾ ਹੈਲਪਲਾਈਨ ਨੰਬਰ ਹੈ ਉਹ ਦਿੱਤਾ, ਤੇ ਉਹਦੇ 'ਤੇ ਤਾਂ ਹਜੇ ਮੇਰੇ ਖਿਆਲ 'ਤੇ 2-4 ਕਿ ਜਿਹੜੇ ਪ੍ਰੋਬਲਮਸ ਹੀ ਆਈਆਂ ਹੋਣੀਆਂ, ਤੇ 100 ਕਰੋੜ ਦਾ ਘਪਲਾ ਲੱਭ ਵੀ ਲਿਆ ਇਹਨਾਂ ਨੇ। ਉਡੀਕ ਹੀ ਕਰਦੇ ਸੀਗੇ ਕੋਈ ਨਾ ਕੋਈ ਇਹੋ ਜਿਹਾ ਕੁਛ ਹੋਵੇ। ਜਿਹੜੇ ਅਧਿਕਾਰੀ ਨੇ ਜਿਨ੍ਹਾਂ ਬਾਹੂਆਂ ਨੂੰ ਆਪਾਂ ਗਾਲਾਂ ਕੱਢਦੇ ਰਹਿੰਦੇ ਹਾਂ, ਤੇ ਉਹ ਸਰਕਾਰੀ ਬੰਦੇ ਫਿਰ ਉਡੀਕ ਹੀ ਕਰ ਰਹੇ ਸੀ ਵੀ ਕੋਈ ਨਾ ਕੋਈ ਬੰਦਾ ਸਟੈਪ ਲਵੇ ਤੇ ਅਸੀਂ ਫਿਰ ਬਾਹਰ ਨਿਕਲ ਕੇ ਪੜਾਸ ਕਰੀਏ। ਬੋਨੀ, ਦੇਖੋ ਇੱਕ ਚੀਜ਼ ਦੇਖੋ ਤੁਸੀਂ ਕਿ ਭਗਵੰਤ ਮਾਨ ਨੂੰ ਜੇਕਰ ਤੁਸੀਂ ਜਿਸ ਦਿਨ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣੀ ਸੀ, ਜਾਂ ਉਸ ਤੋਂ ਇੱਕ ਸਪੀਚ ਜੇਕਰ ਉਹਨਾਂ ਦੀ ਭਾਸ਼ਣ ਪਹਿਲਾਂ ਸੁਣੀਏ, ਤਾਂ ਉਹਦੇ ਵਿੱਚ ਭਗਵੰਤ ਮਾਨ ਨੇ ਸਪਸ਼ਟ ਤੌਰ ਦੇ ਉੱਤੇ ਲੋਕਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਪਹਿਲੇ ਮਹੀਨੇ 'ਚ ਹੀ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਏਗਾ। 1 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਾਏਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਤੇ ਮੈਨੂੰ ਲੱਗਦਾ ਕਿ ਇਹ ਘਪਲੇ ਉਹਨਾਂ ਨੇ ਪਹਿਲਾਂ ਹੀ ਲੱਭ ਕੇ ਰੱਖੇ ਹੋਏ ਹੋਣੇ। ਸਾਰਾ ਕੁਝ ਗੱਲਾਂ ਉਹਨਾਂ ਤੱਕ ਪਹਿਲਾਂ ਹੀ ਪਹੁੰਚ ਗਈਆਂ ਹੋਣੀਆਂ, ਕਿਉਂਕਿ ਇੱਕ ਗੱਲ ਨੋਟ ਕੀਤੀ ਜਾਵੇ ਕਿ ਜਦੋਂ ਵੀ ਸਰਕਾਰਾਂ ਬਦਲਣੀਆਂ ਹੁੰਦੀਆਂ ਨੇ ਤੇ ਉਦੋਂ ਜਿਹੜੇ ਅਧਿਕਾਰੀ ਹੁੰਦੇ ਨੇ ਉਹ 6 ਮਹੀਨੇ ਪਹਿਲਾਂ ਹੀ ਨਿਊਟਰਲ ਹੋ ਜਾਂਦੇ ਨੇ। ਉਹ ਕਿਸੇ ਵੀ ਸਰਕਾਰ ਦੀ ਗੱਲ ਮੰਨਣੀ ਬੰਦ ਕਰ ਦਿੰਦੇ ਨੇ। ਉਹ ਨਿਊਟਰਲ ਹੋ ਕੇ ਵੇਟ ਐਂਡ ਵਾਚ ਦੀ ਪਾਲਿਸੀ ਅਪਣਾਉਂਦੇ ਨੇ। ਤੇ ਜਦੋਂ ਇਸ ਹਵਾ ਦੇਖਦੇ ਨੇ ਵੀ ਹਵਾ ਦਾ ਰੁੱਖ ਕਿੱਧਰ ਨੂੰ ਹੈ, ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਹਵਾ ਦਾ ਰੁੱਖ ਇਸ ਵੇਲੇ ਆਮ ਆਦਮੀ ਪਾਰਟੀ ਵੱਲ ਜਾ ਰਿਹਾ, ਤਾਂ ਫਿਰ ਜਿਹੜੇ ਪਿਛਲੇ ਸਰਕਾਰਾਂ ਤੋਂ ਦੁਖੀ ਅਧਿਕਾਰੀ ਸੀਗੇ, ਜਾਂ ਫਿਰ ਇਹ ਕਹਿ ਲਓ ਕਿ ਜਿਨ੍ਹਾਂ ਨੂੰ ਮਲਾਈਦਾਰ ਮਹਿਕਮੇ ਪਿਛਲੀ ਵਾਰ ਨਹੀਂ ਦਿੱਤੇ ਗਏ ਜਾਂ ਖੁੱਡੇ ਲੈਣ ਲਾ ਕੇ ਰੱਖਿਆ ਗਿਆ, ਉਹ ਅਧਿਕਾਰੀ ਫਿਰ ਪਹਿਲਾਂ ਤੋਂ ਹੀ ਜਿਹੜੀ ਆ ਉਹਨਾਂ ਨੇ ਖਬਰਾਂ ਪਹੁੰਚਾਉਣੀਆਂ ਸ਼ੁਰੂ ਕਰਤੀਆਂ ਵੀ ਆ ਹੋ ਰਿਹਾ, ਤੇ ਇਹ ਜਿਹੜੇ ਇਹਨੂੰ ਸੁਧਾਰ ਦੀ ਲੋੜ ਹੈ। ਤੇ ਇਹ ਚੀਜ਼ਾਂ ਜਿਹੜੀਆਂ ਨੇ ਪਹਿਲਾਂ ਹੀ ਕੱਢ ਕੇ ਰੱਖੀਆਂ ਗਈਆਂ ਸੀ, ਤੇ ਉਹ ਇੱਕ ਕਿਹਾ ਜਾ ਸਕਦਾ। ਨੰਬਰ 2 ਦੇ ਉੱਤੇ ਦੂਜੇ ਪਾਸੇ ਜੇਕਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਬਿਆਨ ਦੇਖੀਏ, ਤਾਂ ਕੱਲ੍ਹ ਹੀ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਬਿਆਨ ਆਇਆ ਕਿ ਭ੍ਰਿਸ਼ਟਾਚਾਰ ਇੱਦਾਂ ਨਹੀਂ ਰੋਕਿਆ ਜਾ ਸਕਦਾ। ਜਦੋਂ ਸਰਕਾਰਾਂ ਨਵੀਆਂ ਬਣਦੀਆਂ ਨੇ ਉਦੋਂ ਇਸ ਤਰ੍ਹਾਂ ਦੀ ਆਵਾਜ਼ਾਂ ਉੱਠਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਬੜਾ ਕੁਝ ਕਿਹਾ ਸੀਗਾ ਵੀ 4 ਹਫ਼ਤੇ 'ਚ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਿਆਂਗੇ, ਨਸ਼ਾ ਵੀ ਖਤਮ ਕਰ ਦਿਆਂਗੇ, ਨਸ਼ਿਆਂ ਦੇ ਲੱਕ ਤੋੜ ਦਿਆਂਗੇ। ਤੇ ਤੁਸੀਂ ਦੇਖ ਲਓ ਵੀ ਹਾਲੇ ਤੱਕ ਕੁਛ ਨਹੀਂ ਹੋਇਆ, ਤੇ ਭ੍ਰਿਸ਼ਟਾਚਾਰ ਜਿਹੜਾ ਉਹ ਜੜ੍ਹਾਂ 'ਚ ਫੈਲਿਆ ਹੋਇਆ। ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਰਹੇ ਸੀ, ਤੇ ਮੇਰੇ ਧਿਆਨ ਦੇ ਵਿੱਚ ਇੱਕ ਗੱਲ ਜ਼ਿਹਨ ਦੇ ਵਿੱਚ ਆ ਰਹੀ ਸੀ ਕਿ 25 ਸਾਲ ਪ੍ਰਕਾਸ਼ ਸਿੰਘ ਬਾਦਲ ਜੀ ਤੁਸੀਂ ਵੀ ਰਾਜ ਕੀਤਾ, ਤੇ 25 ਸਾਲ ਬਾਅਦ ਤੁਹਾਨੂੰ ਇਹ ਯਾਦ ਆਇਆ ਕਿ ਭ੍ਰਿਸ਼ਟਾਚਾਰ ਜੜ੍ਹਾਂ ਦੇ ਵਿੱਚ ਪਹੁੰਚ ਚੁੱਕਿਆ, ਜਾਂ ਫਿਰ ਪਹਿਲਾਂ ਤੋਂ ਹੀ ਪਤਾ ਸੀ ਤੇ ਤੁਸੀਂ ਚੁੱਪ ਕਰਕੇ ਅਵੇਸਲੇ ਹੋਏ ਬੈਠੇ ਰਹੇ। ਤੇ ਇਸ ਦੇ ਨਾਲ ਜੇਕਰ ਆਪਾਂ ਧਿਆਨ ਦਈਏ, ਤੇ ਜਿਸ ਵੇਲੇ ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਹੋਣੀ ਇਹ ਗੱਲ ਕਹਿ ਰਹੇ ਸੀ ਕਿ ਭ੍ਰਿਸ਼ਟਾਚਾਰ ਜੜ੍ਹਾਂ ਦੇ ਵਿੱਚ ਵਸ ਚੁੱਕਿਆ ਪੰਜਾਬੀਆਂ ਦੇ, ਤੇ ਉਹ ਨਿਕਲਣ ਵਾਲਾ ਨਹੀਂ ਹੈ, ਸ਼ਾਇਦ ਉਸੇ ਵੇਲੇ ਜਿਹੜੇ ਪੱਤਰਕਾਰ ਨੇ ਖਬਰ ਲਾਈ ਆ ਵੀ 100 ਕਰੋੜ ਦਾ ਘਪਲਾ ਹੋਇਆ, ਉਹ ਵੀ ਸ਼ਾਇਦ ਉਸੇ ਵੇਲੇ ਖਬਰ ਲਿਖ ਰਹੇ ਸੀ। ਤੇ ਇਹ ਖਬਰ ਦਾ ਨਾਲ ਜਿਹੜਾ ਅੱਜ ਪੂਰੀ ਪੰਜਾਬ ਦੀ ਸਿਆਸਤ ਜਿਹੜੀ ਆ ਉਹਦੇ ਵਿੱਚ ਤਹਿਲਕਾ ਮਚਿਆ ਹੋਇਆ। ਹਰੇਕ ਮੀਡੀਆ ਕਰਮੀ ਦੇ ਜਵਾਨ ਦੇ ਉੱਤੇ ਇੱਕੋ ਗੱਲ ਹੈ ਕਿ 100 ਕਰੋੜ ਰੁਪਈਆ ਜੇਕਰ ਸਾਡੇ ਚੁਣੇ ਹੋਏ ਵਿਧਾਇਕ ਲੈ ਕੇ ਡਕਾਰ ਵੀ ਨਹੀਂ ਮਾਰਿਆ ਉਹਨਾਂ ਨੇ, ਤੇ ਫਿਰ ਤੁਸੀਂ ਆਮ ਛੋਟੇ-ਮੋਟੇ ਲੋਕਾਂ ਨੂੰ ਜੇਕਰ ਤੁਸੀਂ ਫੜੋਗੇ, ਜਾਂ ਕਿਸੇ ਦਾ ਬਿਜਲੀ ਦਾ ਬਿੱਲ ਜੇ ਲੇਟ ਹੋ ਗਿਆ ਤੁਸੀਂ ਉਹਦਾ ਮੀਟਰ ਲਾ ਕੇ ਲੈ ਜਾਓਗੇ, ਜਾਂ ਫਿਰ ਕਿਸੇ ਦੇ ਪਾਣੀ ਦਾ ਬਿੱਲ ਨਹੀਂ ਭਰਿਆ ਤਾਂ ਉਹਦੇ 'ਚ ਪਾਣੀ ਵਾਲੀ ਟੂਟੀ ਨੂੰ ਵਿੱਚੋਂ ਕੱਟ ਕੇ ਉਹਦੇ 'ਚ ਲੱਕੜ ਦਾ ਗੁੱਲਾ ਠੋਕ ਜਾਓਗੇ, ਤੇ ਇਹ ਉਹ ਸਹੀ ਨੇ, ਜਾਂ ਫਿਰ ਉਹ ਸਹੀ ਨੇ ਜਿਹੜੇ ਕਿ ਚੁਣੇ ਹੋਏ ਵਿਧਾਇਕ ਜਿਨ੍ਹਾਂ 'ਤੇ ਲੋਕੀ ਵਿਸ਼ਵਾਸ ਕਰਕੇ ਉਹਨਾਂ ਨੂੰ ਵੋਟਾਂ ਪਾਉਂਦੇ ਨੇ ਤੇ ਉਹਨਾਂ ਦੇ ਹੱਥ ਦੇ ਵਿੱਚ ਸਰਕਾਰ ਦੀ ਵਾਗਡੋਰ ਸੌਂਪਦੇ ਨੇ, ਉਹ ਸਹੀ ਨੇ। ਤੇ ਜੇਕਰ ਇਹ ਲੋਕ ਸਹੀ ਨੇ, ਕਾਨੂੰਨ ਦੀ ਇੱਕ ਭਾਸ਼ਾ ਕਹਿੰਦੀ ਹੈ ਕਿ ਕਾਨੂੰਨ ਦੇ ਜਾਣਕਾਰ ਨੂੰ ਜੇਕਰ ਜਾਣ ਬੁੱਝ ਕੇ ਜਾਣਕਾਰ ਹੋਣ ਦੇ ਬਾਵਜੂਦ ਵੀ ਜੇਕਰ ਉਹ ਕਾਨੂੰਨ ਤੋੜਦਾ ਤਾਂ ਫਿਰ ਉਹ ਵੱਧ ਸਜ਼ਾ ਦਾ ਭਾਗੀਦਾਰ ਹੈ। ਇੱਕ ਗੱਲ ਕਰਨੀ ਹੋਰ ਵੀ ਬੜੀ ਜ਼ਰੂਰੀ ਹੈ ਕਿ ਮਨਪ੍ਰੀਤ ਬਾਦਲ ਹੋਣੀ ਪਿਛਲੇ 5 ਸਾਲਾਂ ਤੋਂ ਕਹਿੰਦੇ ਰਹੇ ਹੈ ਕਿ ਖਜ਼ਾਨਾ ਖਾਲੀ ਹੈ, ਤੇ 100 ਕਰੋੜ ਇਸੇ ਕਰਕੇ ਤਾਂ ਨਹੀਂ ਖਾਲੀ ਰਿਹਾ ਕਿ ਉਹ 100 ਕਰੋੜ ਰੁਪਏ ਜਿਹੜੇ ਆਪਣੇ ਖਾਤਿਆਂ 'ਚ ਪਾਉਂਦੇ ਰਹੇ ਹੈ ਅੱਗੋਂ ਵਿਧਾਇਕ ਮੰਤਰੀ, ਕਿਉਂਕਿ ਖਜ਼ਾਨਾ ਮੰਤਰੀ ਨੂੰ ਤਾਂ ਪਤਾ ਹੀ ਹੋਣਾ ਵੀ ਕਿੱਥੇ ਕਿੱਥੇ ਪੈਸੇ ਜਾ ਰਹੇ ਹੈ। ਜੇ ਉਹਨਾਂ ਨੂੰ ਨਹੀਂ ਪਤਾ ਤਾਂ ਉਹਨਾਂ ਦੇ ਕਾਰਗੁਜ਼ਾਰੀ ਦੇ ਉੱਤੇ ਮਤਲਬ ਸਵਾਲ ਹੈ, ਜੇ ਪਤਾ ਫਿਰ ਤਾਂ ਭ੍ਰਿਸ਼ਟਾਚਾਰ ਸਾਫ਼ ਦਿਖਦਾ। ਦੇਖੋ ਭ੍ਰਿਸ਼ਟਾਚਾਰ ਇਸੇ ਕਰਕੇ ਸ਼ਾਇਦ ਉਹਨਾਂ ਨੇ
ਭਗਵੰਤ ਮਾਨ ਉਹਨਾਂ ਦੇ ਨਾਂ ਦੇ ਨਾਲ ਖਜ਼ਾਨਾ ਮੰਤਰੀ ਦੀ ਜਗ੍ਹਾ ਤੇ ਪੀਪਾ ਮੰਤਰੀ ਲਾਤਾ ਸੀਗਾ ਵੀ ਇਹ ਖਜ਼ਾਨਾ ਮੰਤਰੀ ਨਹੀਂ, ਪੀਪਾ ਖਾਲੀ ਜਿਹੜਾ ਰਹਿੰਦਾ ਉਹ ਪੀਪਾ ਹੀ ਹੁੰਦਾ ਤੇ ਪੀਪਾ ਮੰਤਰੀ ਨੇ। ਤੇ ਜੇਕਰ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ, ਜੇਕਰ ਪ੍ਰਕਾਸ਼ ਸਿੰਘ ਬਾਦਲ ਹੁਣੀ ਇਹ ਮੰਨਦੇ ਨੇ ਕਿ ਇਹ ਭ੍ਰਿਸ਼ਟਾਚਾਰ ਜੜ੍ਹਾਂ 'ਚ ਫੈਲਿਆ ਹੋਇਆ, ਤਾਂ ਇੱਕ ਵਾਰ ਤਾਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਟਰਮ ਦੇ ਵਿੱਚ ਵੀ ਜਿਹੜੇ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਵਿੱਤ ਮੰਤਰੀ ਰਹਿ ਚੁੱਕੇ ਨੇ। ਦੂਸਰੀ ਵਾਰ ਜਿਹੜਾ ਕੈਪਟਨ ਅਮਰਿੰਦਰ ਸਿੰਘ, ਉਸ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਵਾਰ ਉਹ ਵਿੱਤ ਮੰਤਰੀ ਰਹੇ ਨੇ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਜਿਹੜਾ ਇਹ ਵਾਅਦਾ ਕੀਤਾ ਸੀ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਕਰਕੇ ਆਈ ਸੀ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਬੜਾ ਵੱਡੇ ਲੈਵਲ ਦੇ ਉੱਤੇ ਜਿਹੜਾ ਬੀੜਾ ਚੱਕਿਆ ਸੀ। ਆਉਣ ਸਾਰ ਉਹਨਾਂ ਨੇ ਬਾਦਲਾਂ ਨੂੰ ਅੰਦਰ ਵੀ ਕੀਤਾ। ਰਵੀ ਸਿੱਧੂ ਉਹਨਾਂ ਦੇ ਸੰਬੰਧ ਵਿੱਚ ਵੀ ਕਾਫੀ ਰੌਲਾ ਪਿਆ, ਬਾਦਲਾਂ ਨੂੰ ਉਹਨਾਂ ਨੇ ਪਕੜ ਕੇ ਅੰਦਰ ਵੀ ਕਰਤਾ। ਡਿਸਐਪਰੋਪਰੀਏਟ ਐਸੈਟ ਯਾਨੀ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵੀ ਉਹਨਾਂ ਤੇ ਪਾਏ ਗਏ, ਜਿਹੜੇ ਕਿ ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੀ ਪਾਏ ਤੇ ਸ਼ਾਇਦ ਅੱਜ ਤੱਕ ਉਹਨਾਂ ਦੇ ਵਿੱਚੋਂ ਈਡੀ ਵਗੈਰਾ ਦੇ ਕੁਝ ਚੀਜ਼ਾਂ ਦੇ ਜਿਹੜੇ ਚੱਲਦੇ ਰਹੇ। ਤੇ ਉਹ 20-14 ਸਾਲ ਕੈਪਟਨ ਅਮਰਿੰਦਰ ਸਿੰਘ ਹੋਣੇ ਤੇ ਇਹ ਕਹਿੰਦੇ ਨੇ ਵੀ 13-14 ਸਾਲ ਮੈਂ ਵੀ ਉਹ ਕੇਸ ਭੁਗਤਿਆ ਹੈਗਾ। ਸੋ ਕਹਿਣ ਤੋਂ ਭਾਵ ਹੈ ਵੀ ਵਿੱਤ ਮੰਤਰੀ ਨੂੰ ਜਾਣਕਾਰੀ, 2 ਵਾਰ ਉਹ ਵਿੱਤ ਮੰਤਰੀ ਰਹੇ ਤੇ ਦੋਨਾਂ ਵਾਰੀ ਜੇਕਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲ ਨੂੰ ਸੱਚ ਮੰਨ ਲਈਏ ਕਿ ਭ੍ਰਿਸ਼ਟਾਚਾਰ ਜੜ੍ਹਾਂ 'ਚ ਫੈਲਿਆ ਹੋਇਆ, ਤਾਂ ਇਹਦਾ ਮਤਲਬ ਤਾਂ ਵਿੱਤ ਮੰਤਰੀ ਉਹਨਾਂ ਨੂੰ ਵੀ ਪਤਾ ਸੀਗਾ ਵੀ ਭ੍ਰਿਸ਼ਟਾਚਾਰ ਜੜ੍ਹਾਂ 'ਚ ਫੈਲਿਆ ਹੋਇਆ। ਤੇ 100 ਕਰੋੜ ਦਾ ਘਪਲਾ ਜਿਹੜਾ ਹੋਣਾ, ਤੇ ਵਿੱਤ ਮੰਤਰੀ ਹੋਣਾ ਦੀ ਮਨਜ਼ੂਰੀ ਦੇ ਨਾਲ ਹੀ ਜਿਹੜਾ ਵੀ ਕੋਈ ਚੀਜ਼ ਅਗਰ ਵਿਧਾਇਕਾਂ ਨੂੰ ਤਨਖਾਹ ਜਾ ਰਹੀ ਹੈ ਜਾਂ ਕੁਝ ਵੀ ਜਾ ਰਿਹਾ ਤਾਂ ਉਹ ਬਜਟ ਪਾਸ ਹੁੰਦਾ ਵੀ ਇੰਨੀ ਤਨਖਾਹ ਜਿਹੜੀ ਆ ਵਿਧਾਇਕਾਂ ਨੂੰ ਜਾਣੀ ਹੈ, ਇੰਨੀ ਤਨਖਾਹ ਕਰਮਚਾਰੀਆਂ ਨੂੰ ਜਾਣੀ ਹੈ, ਤੇ ਉਹ ਬਜਟ ਪਾਸ ਹੁੰਦਾ ਤਾਂ ਉਹ ਚੀਜ਼ ਜਿਹੜੀ ਆ ਵਿੱਤ ਮੰਤਰੀ ਹੋਣੀ ਵੀ ਕਿਤੇ ਨਾ ਕਿਤੇ ਕਸੂਰਵਾਰ ਉਹਦੇ 'ਚ ਠਹਿਰਾਏ ਜਾਣਗੇ। ਕਿਉਂਕਿ ਵਿੱਤ ਮੰਤਰੀ ਹੋਣੀ ਜਿਹੜੇ ਸੀਗੇ ਉਹਨਾਂ ਨੇ ਵੀ ਤਾਂ ਉਹ ਪੈਨਸ਼ਨਾਂ ਦੇ ਜਿਹੜੇ ਪਾਸ ਕਰਨ ਦੇ ਉੱਤੇ ਸਿਗਨੇਚਰ ਕੀਤੇ ਹੀ ਨੇ ਨਾ, ਜਿਹੜੇ ਵਾਧੂ ਪੈਸੇ ਨੇ ਉਹ ਬਜਟ ਦੇ ਵਿੱਚ ਲਗਾ ਕੇ ਦਿੱਤੇ ਗਏ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਇਹਦੀ ਇਨਕੁਆਇਰੀ ਦੀ ਲੋੜ ਹੈ। ਤੇ ਜੇਕਰ ਆਮ ਆਦਮੀ ਪਾਰਟੀ ਨੂੰ ਆਪਾਂ ਇਸ ਮਾਮਲੇ 'ਚ ਸੁਰਖਰੂ ਇਸ ਕਰਕੇ ਕਰ ਸਕਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹਿਲੀ ਵਾਰੀ ਚੁਣ ਕੇ ਆਏ ਸੀ 2017 ਦੇ ਵਿੱਚ, ਤੇ ਉਹ ਉਹਨਾਂ ਨੂੰ ਸੁਰਖਰੂ ਇਸ ਕਰਕੇ ਕਹਿੰਦੇ ਉਹ ਸਾਬਕਾ ਵੱਜੇ ਹੀ ਨਹੀਂ ਉਹ। ਤੇ ਜੇਕਰ ਉਹ ਸਾਬਕਾ ਵੱਜੇ ਹੁੰਦੇ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਨਿਗਾਹ ਉਹਨਾਂ ਨੂੰ ਵੀ ਲੱਭਦੀ ਵੀ ਉਹਨਾਂ 'ਚੋਂ ਕੌਣ ਹੈ। ਤੇ ਹਾਲੇ ਤੱਕ ਉਹਨਾਂ ਨੇ ਕਿਸੇ ਨੇ ਸਾਬਕਾ ਵਿਧਾਇਕੀ ਦੀ ਪੈਨਸ਼ਨ ਕਿਸੇ ਨੇ ਲਈ ਨਹੀਂ, ਸ਼ਾਇਦ ਇਸ ਵਾਰ ਲੈ ਲੈਂਦੇ ਪਰ ਉਸ ਤੋਂ ਪਹਿਲਾਂ ਹੀ ਰੌਲਾ ਪੈ ਗਿਆ। ਤੇ ਵੇਖਣਾ ਹੁਣ ਇਹ ਹੋਏਗਾ ਵੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਚੁਣ ਕੇ ਆਏ ਵਿਧਾਇਕ ਤੇ ਮੁੱਖ ਮੰਤਰੀ ਜਿਹੜੇ ਨੇ ਉਹ ਇਸ ਮਾਮਲੇ ਨੂੰ ਲੈ ਕੇ ਕਿੰਨੀ ਕੁ ਗੰਭੀਰਤਾ ਵਿਖਾਉਂਦੇ ਨੇ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਗੰਭੀਰਤਾ ਵਿਖਾਉਣਗੇ। ਕਿਉਂਕਿ ਜਿਸ ਪ੍ਰਕਾਰ ਭਗਵੰਤ ਮਾਨ ਹੋਣਾ ਨੇ ਇੱਕ ਨੰਬਰ ਜਾਰੀ ਕੀਤਾ ਕਿ ਜੇਕਰ ਕੋਈ ਭ੍ਰਿਸ਼ਟਾਚਾਰ ਕਰਦਾ ਹੈ ਜਾਂ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਉਸ ਨੰਬਰ ਨੂੰ, ਇਸ ਰਿਸ਼ਵਤ ਉਹਨਾਂ ਨੂੰ ਦਿਓ, ਉਹਨਾਂ ਦੀ ਰਿਕਾਰਡਿੰਗ ਕਰਕੇ ਇਸ ਨੰਬਰ ਤੇ ਭੇਜ ਦਿਓ, ਬਾਕੀ ਕੰਮ ਮੇਰਾ ਹੈ। ਪਰ ਜੇਕਰ ਭਗਵੰਤ ਮਾਨ ਹੋਣੀ ਸ਼ਾਇਦ ਇਸ ਗੱਲ ਨੂੰ ਭੁੱਲਦੇ ਹੋਣ ਕਿ ਹਰੇਕ ਦਫ਼ਤਰ ਦੇ ਬਾਹਰ ਮੋਬਾਈਲ ਅੰਦਰ ਨਾ ਲਿਜਾਣ ਦੀ ਜਾਂ ਮੋਬਾਈਲ ਸੁੱਚ ਆਫ ਕਰਕੇ ਆਉਣ ਦੀ ਜਿਹੜਾ ਬਾਹਰ ਹੀ ਲਿਖ ਕੇ ਲਾਇਆ ਗਿਆ। ਜੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਵਿੱਚ ਜਾਵਾਂਗੇ ਤਾਂ ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਨੇ ਬਾਹਰ ਹੀ ਗਨਮੈਨ ਖੜਾਏ ਹੋਏ ਨੇ ਤੇ ਉਹਨਾਂ ਨੇ ਬਾਹਰ ਹੀ ਗਨਮੈਨਾਂ ਵੱਲੋਂ ਮੋਬਾਈਲ ਲੈ ਕੇ ਰੱਖ ਲਿੱਤੇ ਜਾਂਦੇ ਨੇ। ਤੇ ਜੇਕਰ ਕੋਈ ਹੋਰ ਅਧਿਕਾਰੀ ਨੇ ਤੇ ਉਹਨਾਂ ਵੱਲੋਂ ਸੁੱਚ ਆਫ ਕਰਕੇ ਮੋਬਾਈਲ ਅੰਦਰ ਲਿਆਉਣ ਦੀ ਗੱਲ ਜਿਹੜੀ ਆ ਉਹ ਪਹਿਲਾਂ ਹੀ ਲਿਖ ਕੇ ਲਾਈ ਹੋਈ ਹੈ, ਜਾਂ ਫਿਰ ਬਾਹਰ ਜਿਹੜਾ ਸਟਾਫ ਹੈ ਉਹਨਾਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਤੁਸੀਂ ਇਹ ਮੋਬਾਈਲ ਅੰਦਰ ਨਾ ਲੈ ਕੇ ਆਉਣ ਦਿਓ। ਅਜਿਹੇ ਵਿੱਚ ਰਿਕਾਰਡਿੰਗ ਕਰਕੇ ਮੁੱਖ ਮੰਤਰੀ ਸਾਹਿਬ ਤੱਕ ਭੇਜਣ ਦੀ ਗੱਲ ਮੇਰੀ ਸਮਝ ਤੋਂ ਪਰੇ ਹੈ। ਭਾਵੇਂ ਕਿ ਚੰਨੀ ਸਾਹਿਬ ਨੂੰ ਹਰਾਉਣ ਵਾਲੇ ਉਗੋ ਕੇ ਜਿਹੜੇ ਨੇ ਉਹਨਾਂ ਨੇ ਇਹ ਮੁੱਦਾ ਚੱਕਿਆ ਵੀ ਹੈ ਕਿ ਇਹ ਗਲਤ ਗੱਲ ਹੈ, ਮੋਬਾਈਲ ਅੰਦਰ ਲਿਜਾ ਕੇ ਦੇਣ ਦੀ ਜਿਹੜੀ ਇਜਾਜ਼ਤ ਉਹ ਦਿੱਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਨੂੰ ਉਹ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਕੋਲ ਚੁੱਕਣਗੇ। ਪਰ ਇਸ ਨੂੰ ਜੇਕਰ ਅਧਿਕਾਰੀਆਂ ਦੇ ਵਿੱਚੋਂ ਜੇਕਰ ਲੂਪ ਹੋਲ ਦੀ ਗੱਲ ਕਰੀਏ ਤਾਂ ਫਿਰ ਉਹਨਾਂ ਵਿੱਚੋਂ ਇਹ ਨਿਕਲ ਕੇ ਸਾਹਮਣੇ ਆਏਗੀ ਕਿ ਉਹ ਲੋਕੀ ਅੰਦਰ ਆ ਕੇ ਜੇ ਫੋਨ ਤੇ ਹੀ ਗੱਲ ਕਰਨ ਲੱਗੇ ਤਾਂ ਫਿਰ ਸਾਡੇ ਕੰਮਕਾਰ ਸਾਰੇ ਰਹਿ ਜਾਣਗੇ। ਪਰ ਕਿਤੇ ਨਾ ਕਿਤੇ ਉਹਨਾਂ ਦੀ ਵੀ ਗੱਲ ਸਹੀ ਹੋਏਗੀ, ਪਰ ਇਸ ਆੜ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਲੁਕੋ ਲਿੱਤੀਆਂ ਜਾਣ ਇਹ ਵੀ ਕੁਝ ਸਹੀ ਨਹੀਂ ਹੋਏਗਾ। ਚਲੋ ਕੁਲਵੰਤ ਜੀ, ਮੈਂ ਥੋੜਾ ਜਿਹਾ ਇੱਥੇ ਹੁਣ ਆਪਣੇ ਦਰਸ਼ਕਾਂ ਨਾਲ ਗੱਲ ਕਰ ਲਾਂ ਤੇ ਤੁਹਾਨੂੰ ਆંકੜੇ ਤੁਹਾਨੂੰ ਦੱਸ ਦਿੰਦਾ ਜੀ ਕਿ ਕਿੰਨੇ ਰਹੇ ਆ। ਦੇਖੋ, ਬਣਨੀ ਚਾਹੀਦੀ ਹੈ 19,200 ਰੁਪਏ ਤਨਖਾਹ, ਇਹ ਹੈਗੀ ਹੈ ਜਿਹੜੀ ਤਨਖਾਹ ਬਣਦੀ ਹੈ। ਤੁਹਾਨੂੰ ਤੁਸੀਂ ਲੈ ਸਕਦਾ ਹਰ ਇੱਕ MLA ਬੇਸਿਕ ਤਨਖਾਹ ਜਿਹੜੀ ਬੰਦਾ ਲੈ ਸਕਦਾ DA ਪਾ ਕੇ, ਸਾਰਾ ਮਹਿੰਗਾਈ ਦੇ ਜਿਹੜੇ ਭੱਤੇ ਨੇ ਉਹ ਸਾਰੇ ਮਿਲ ਕੇ। ਤੇ ਹੁਣ ਇਹ ਲੈਂਦੇ ਕਿੰਨੀ ਰਹੇ ਨੇ? ਇਹ ਲੈਂਦੇ ਰਹੇ ਨੇ 75,150। ਮਤਲਬ ਸਿੱਧਾ ਕੁਲਵੰਤ ਜੀ 55,925 ਰੁਪਏ ਦਾ ਇਹ ਘਪਲਾ ਕਰਦੇ ਰਹੇ ਨੇ। ਬੈਂਕ ਵਾਲੇ ਜਲੀਲ ਕਰ ਦਿੰਦੇ ਨੇ ਜੇ ਕਿਸੇ ਦੇ ਖਾਤੇ 'ਚ ਗਲਤੀ ਨਾਲ 500 ਰੁਪਏ ਆ ਜਾਏ ਤੇ ਕੋਈ ਮਤਲਬ ਬੰਦਾ ਉੱਥੋਂ ਖਰਚ ਦੇ। 55,925 ਰੁਪਏ ਹਰੇਕ ਮਹੀਨੇ ਇਹ ਲੈਂਦੇ ਰਹੇ ਆ। ਇਹ ਪਹਿਲੀ ਟਰਮ ਦੇ MLA ਆ। ਦੂਜੀ ਟਰਮ ਦੇ MLA 32,000 ਉਹਨਾਂ ਦੀ ਬਣਦੀ ਹੈ। 1,25,000 ਤੇ 250 ਰੁਪਇਆ ਇਹ ਲੈਂਦੇ ਰਹੇ ਆ। 93,275 ਰੁਪਏ ਦਾ ਇਹ ਘਪਲਾ ਕਰਦੇ ਰਹੇ ਆ ਵਿੱਚੋਂ। ਤੇ ਜੇ 6 ਵਾਰ ਦਾ ਕੋਈ ਮੰਤਰੀ ਹੈਗਾ, ਜੇ ਕੋਈ MLA ਹੈਗਾ,
ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲ ਕਰਦੇ, ਉਹ ਤਾਂ ਖੈਰ 10 ਵਾਰ ਦੇ ਹੈਗੇ ਐਮਐਲਏ। 83,200 ਰੁਪਏ 6 ਵਾਰ ਵਾਲਿਆਂ ਦੀ ਬਣਦੀ ਹੈ ਤੇ 3,25,650 ਰੁਪਏ ਇਹ ਲੈਂਦੇ ਰਹੇ ਆ ਪਰ ਮੰਥ। 2,42,450 ਰੁਪਏ ਤੁਹਾਡੇ ਮੇਰੇ ਵਰਗਿਆਂ ਦੀ ਜੇਬ ਚੋਂ ਇਕੱਠੇ ਕਰਕੇ ਤੇ ਜਿਵੇਂ ਪਹਿਲਾਂ ਭਾਈ ਜੀ ਆਉਂਦੇ ਹੁੰਦੇ ਸੀ ਡੋਲੂ ਲੈ ਕੇ ਵੀ ਭਾਈ ਆਟਾ ਪਾਓ ਤੇ ਦਾਲ ਪਾਓ, ਤੇ ਉਵੇਂ ਇਹ ਦਾਨ ਵਾਂਗੂ ਲੈਂਦੇ ਰਹੇ ਆ ਤੇ ਚੋਰੀ ਕਰਦੇ ਰਹੇ ਆ। ਉਹਨਾਂ ਹਾਲਾਤਾਂ 'ਚ ਨੇ ਬੋਨੀ ਵੀ ਜੇਕਰ ਆਪਾਂ ਇਹ ਅਖਬਾਰ ਦੀ ਖਬਰ ਜਿਹੜੀ ਲਗਾਈ ਗਈ ਹੈ ਜਾਂ ਫਿਰ ਮੀਡੀਆ ਦੇ ਵਿੱਚ ਜਿਹੜੀਆਂ ਖਬਰਾਂ ਦੇ ਵਿੱਚ ਚਰਚਾ 'ਚ ਆਈ ਹੈ, ਜੇਕਰ ਉਹ ਸੱਚ ਨਿਕਲਦੀਆਂ ਨੇ ਤਾਂ, ਜੇਕਰ ਉਹ ਸੱਚ ਨਿਕਲਦੀਆਂ ਨੇ ਤੇ ਇਹ ਬਿਲਕੁਲ ਇਹ ਵਾਕਈ ਹੀ ਇਸ ਚੀਜ਼ ਦੇ ਵਾਸਤੇ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਵੀ ਜਿਹੜੇ ਗੁਰੂ ਸਾਹਿਬ ਜਿਵੇਂ ਕਹਿ ਗਏ ਨੇ ਕਿ ਜਿਹੜੇ ਉਲਟੀ ਵਾੜ ਖੇਤ ਕੋ ਖਾਈ, ਜਿਹੜੀ ਉਲਟੀ ਵਾੜ ਹੀ ਜਿਹੜੀ ਖੇਤ ਨੂੰ ਖਾਣ ਲੱਗ ਪਈ ਹੈ ਤੇ ਜਿਹੜੇ ਰਕਸ਼ਕ ਨੇ ਉਹੀ ਭਕਸ਼ਕ ਬਣ ਕੇ ਬੈਠ ਗਏ ਨੇ। ਤੇ ਇਹ ਜਿੱਦਾਂ ਤੁਸੀਂ ਗੱਲ ਕੀਤੀ ਹੈ ਬੈਂਕ ਵਾਲਿਆਂ ਦੀ, ਬੈਂਕ 'ਚ ਜਦੋਂ ਕੋਈ ਵੀ ਕਿਸੇ ਕਿਸਮ ਦੀ ਟ੍ਰਾਂਜੈਕਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਇਨਕਮ ਟੈਕਸ ਵਿਭਾਗ ਵਾਲੇ ਵੀ ਬੜੀ ਜਿਹੜੀ ਆ ਉਹ ਬਾਜ਼ ਅੱਖ ਰੱਖੀ ਬੈਠੇ ਹੁੰਦੇ ਨੇ ਵੀ ਕਿਹਦੇ ਖਾਤੇ ਦੇ ਵਿੱਚ ਕਿੰਨਾ ਪੈਸਾ ਆਇਆ ਤੇ ਕਿੱਧਰੋਂ ਆਇਆ, ਤੇ ਜੇ ਹਾਂ ਤੇ ਉਹ ਨੋਟਿਸ ਆਉਣ ਲੱਗ ਪੈਂਦੇ ਨੇ। ਤੇ ਇਧਰੋਂ ਇਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਪੁੱਛਿਆ ਹੋਊਗਾ ਵੀ ਤੁਹਾਡੇ ਕੋਲੇ ਪੈਸਾ ਕਿੱਥੋਂ ਆ ਰਿਹਾ, ਕਿਵੇਂ ਆ ਰਿਹਾ ਹੈ, ਤੇ ਇਹ ਪੈਸਾ ਜੇ ਆ ਰਿਹਾ ਹੈ ਤਾਂ ਉਹਦਾ ਕੋਈ ਹਿਸਾਬ ਕਿਤਾਬ ਕਿਸੇ ਪਾਸੇ ਹੋਏਗਾ, ਕਿਤੇ ਪਾਸੋਂ ਨਹੀਂ ਆ ਰਿਹਾ। ਜੇਕਰ ਫਾਲਤੂ ਆ ਰਿਹਾ ਤਾਂ ਉਹ ਕਿਹੜੇ ਖਾਤਿਆਂ 'ਚੋਂ ਆ ਰਿਹਾ ਹੈ। ਇਹ ਕਹਿੰਦਾ ਅੰਨੀ ਪੀਹੇ ਕੁੱਤੀ ਚੱਟੇ ਤੇ ਆਟਾ ਘਟੇ ਕਿ ਨਾ ਘਟੇ, ਇਹ ਉਹ ਹਾਲਾਤ ਨੇ। ਮਾਮਲਾ ਬੇਹੱਦ ਗੰਭੀਰ ਹੈ ਪਰ ਹਲੇ ਤੱਕ ਸਾਹਮਣੇ ਇਸ ਕਰਕੇ ਨਹੀਂ ਆਇਆ ਕਿਉਂਕਿ ਦੋਨੋਂ ਵਾਰ ਜਿਹੜੇ ਨੇ ਉਹ ਕਦੇ ਇੱਕ ਦੀ ਸਰਕਾਰ ਆ ਜਾਂਦੀ ਸੀ, ਇੱਕ ਪਾਰਟੀ ਦੀ ਅਕਾਲੀਆਂ ਦੀ, ਤੇ ਕਦੇ ਜਿਹੜੀ ਹੈ ਕਾਂਗਰਸ ਦੀ ਆ ਜਾਂਦੀ ਸੀ। ਇਸ ਕਰਕੇ ਉਹ ਇੱਕ ਦੂਜੇ ਦੇ ਜਿਹੜੇ ਪਰਦੇ ਜਿਹੜੇ ਨੇ ਉਹ ਪਏ ਰਹਿੰਦੇ ਸੀ। ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਤੀਜੀ ਧਿਰ ਆਈ ਹੈ, ਤੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਕਦੇ ਐਮਐਲਏ ਜਿੱਤ ਕੇ ਕੋਈ ਆਇਆ ਨਹੀਂ, ਉਹਨਾਂ ਦੇ ਕਦੇ ਵੀ ਸਾਬਕਾ ਵਿਧਾਇਕਾਂ ਨੇ ਪੈਨਸ਼ਨ ਲਈ ਨਹੀਂ, ਤੇ ਸ਼ਾਇਦ ਇਹ ਚੀਜ਼ ਜਿਹੜੀ ਹੈ ਤਾਂ ਹੀ ਨਿਕਲ ਕੇ ਸਾਹਮਣੇ ਆਈ ਹੈ। ਹਲੇ ਤਾਂ ਬੁਨੀ ਇਹ ਇੱਕ ਪਹਿਲਾ ਘਪਲਾ ਹੈਗਾ ਜਾਂ ਇਹ ਜਿਹਨੂੰ ਜਿਹੜੇ ਦੋਸ਼ ਲੱਗ ਰਹੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਣੀਆਂ ਨੇ। ਤੇ ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਵੀ ਜਿਹੜੀ ਇਹ ਚਿੰਤਾ ਨਾ ਹੁੰਦੀ ਕਿ ਉਹਨਾਂ ਨੂੰ ਆਪਣੀ ਲੰਬੀ ਸੀਟ ਦੇ ਵਾਸਤੇ ਉਨੀ ਮਿਹਨਤ ਕਰਨੀ ਪੈ ਰਹੀ ਹੈ ਜਿੰਨੀ ਮੇਰੇ ਖਿਆਲ ਮਿਹਨਤ ਸ਼ਾਇਦ ਉਹਨਾਂ ਨੇ ਪਹਿਲੀ ਵਾਰ ਕੀਤੀ ਹੋਣੀ। ਠੀਕ ਹੈ। ਤੇ 5 ਸਾਲ ਦੇ ਵਿੱਚ ਆਪਾਂ ਜੇ ਪਿਛਲਿਆਂ ਦੀ ਗੱਲ ਕਰ ਲਈਏ ਕੈਪਟਨ ਚੰਨੀ ਸਰਕਾਰ ਦੀ, 192 ਕਰੋੜ ਰੁਪਈਆ ਇਹਨਾਂ ਨੇ ਜਿਹੜੇ ਐਮਐਲਏ ਦੀਆਂ 275 ਐਮਐਲਏ ਜਿਹੜੇ ਬਣਦੇ ਨੇ ਉਹਨਾਂ ਨੂੰ ਇਹਨਾਂ ਨੇ ਦਿੱਤਾ ਹੈ ਜੀ, ਤੇ 92 ਕਰੋੜ ਇਹਨਾਂ ਦਾ ਜਿਹੜਾ ਹੱਕ ਹਲਾਲ ਦੀ ਕਮਾਈ ਬਣਦੀ ਹੈ ਜਿਹੜੀ ਪੈਨਸ਼ਨ ਦੇ ਤੌਰ ਤੇ ਬਣਦੀ ਹੈ। 100 ਕਰੋੜ ਰੁਪਇਆ ਕੁਲਵੰਤ ਜੀ ਕਿੱਧਰ ਗਿਆ। ਤੇ ਇੱਕ ਗੱਲ ਤਾਂ ਇਹ ਦੱਸਿਓ, ਤੇ ਦੂਜੀ ਗੱਲ ਮੈਂ ਤੁਹਾਨੂੰ ਇੱਕ ਕੇਸ ਦੱਸ ਦਿੰਦਾ ਪਿਛਲੇ ਸਾਲ ਹੋਇਆ ਸੀ ਕਿ 15 ਲੱਖ ਰੁਪਇਆ ਬੈਂਕ ਟ੍ਰਾਂਜੈਕਸ਼ਨ ਕਿਤੇ ਹੋਈ ਹੋਣੀ, ਉਹ ਕਿਸੇ ਗਰੀਬ ਬੰਦੇ ਦੇ ਯੂਪੀ ਦੇ ਕਿਸੇ ਬੰਦੇ ਦੇ ਚਲੇ ਗਏ ਪੈਸੇ, ਤੇ ਬੈਂਕ ਵਾਲੇ ਫਿਰ ਮਗਰ ਹੋ ਗਏ ਵੀ ਤੁਸੀਂ ਪੈਸੇ ਭਾਈ ਮੋੜੋ ਸਾਡੇ। ਉਹ ਬੰਦਾ ਕਹਿੰਦਾ ਵੀ ਨਾ ਜੀ ਮੇਰੇ ਤਾਂ ਮੋਦੀ ਸਾਹਿਬ ਨੇ ਭੇਜਿਆ, ਜਿਹੜਾ 15 ਲੱਖ ਉਹਨਾਂ ਨੇ ਵਾਅਦਾ ਕੀਤਾ ਸੀ ਮੈਂ ਮੋੜਦਾ ਨਹੀਂ। ਬਾਅਦ ਚ ਕੋਰਟ ਦੇ ਵਿੱਚ ਚਲਾ ਗਿਆ ਕੇਸ, ਕੋਰਟ ਕਹਿੰਦੀ ਵੀ ਉਹਨਾਂ ਤੋਂ ਗਲਤੀ ਨਾਲ ਚਲੇ ਗਏ ਤੇ ਤੁਹਾਨੂੰ ਖਰਚੇ ਕਿਉਂ ਨੇ, ਵੀ ਤੁਹਾਨੂੰ ਹੁਣ ਪੈਸੇ ਜਿਹੜੀ ਭਰਪਾਈ ਉਹ ਕਰਨੀ ਪੈਣੀ ਹੈ। 100 ਕਰੋੜ ਰੁਪਈਆ ਐਮਐਲਏ ਭਰਪਾਈ ਕਰਨਗੇ, ਇਹਦੇ ਉੱਤੇ ਕੋਈ ਐਕਸ਼ਨ ਹੋਊਗਾ ਜਾਂ ਫਿਰ ਭਗਵੰਤ ਮਾਨ ਨਹੀਂ ਫਿਰ ਉਹੀ ਗੱਲ ਕਰ ਦੇਣਗੇ ਵੀ ਦੇਖਾਂਗੇ ਜੀ, ਹੋਏਗਾ ਜੀ, ਕਾਗਜ਼ਾਂ ਦੇ ਵਿੱਚ ਹੀ ਰਹਿ ਜਾਊਗਾ ਸਾਰਾ। ਨਹੀਂ, ਪਰ ਜੇ ਇਦਾਂ ਕਰਨਗੇ ਭਗਵੰਤ ਮਾਨ ਹੋਣੀ ਵੀ ਦੇਖਾਂਗੇ ਤੇ ਕਰਾਂਗੇ ਤੇ ਕਾਗਜ਼ਾਂ 'ਚ ਹੋ ਹੀ ਰਹੇਗਾ। ਤਾਂ ਜਿੱਦਾਂ ਜਨਤਾ ਨੇ ਜੇਕਰ ਆਪਾਂ ਇਹਨਾਂ ਦੀ ਗੱਲ ਕਰੀਏ ਵੀ ਜਿਹੜੇ ਅਕਾਲੀਆਂ ਦੀ, ਤੇ ਜੇਕਰ ਗੱਲ ਕਰੀਏ ਇਹਨਾਂ ਦੀ ਆਪਣਾ ਕਾਂਗਰਸੀਆਂ ਦੀ, ਤੇ ਉਹਨਾਂ ਨੇ ਇਹ ਸਪਸ਼ਟ ਤੌਰ ਤੇ ਕਿਹਾ ਹੈਗਾ ਕਿ ਇਹ ਅਸੀਂ ਹਾਰੇ ਨਹੀਂ। ਪ੍ਰਗਟ ਸਿੰਘ ਉਹਨਾਂ ਦੀ ਜੇਕਰ ਧਿਆਨ ਨਾਲ ਸੁਣੀਏ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਹਾਰੇ ਨਹੀਂ, ਲੋਕਾਂ ਨੇ ਸਾਨੂੰ ਸਜ਼ਾ ਦਿੱਤੀ ਹੈ। ਤੇ ਜੇਕਰ ਸਜ਼ਾ ਜਨਤਾ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਦੇ ਸਕਦੀ ਹੈ ਤੇ ਇਹ ਆਮ ਆਦਮੀ ਪਾਰਟੀ ਤੇ ਹਲੇ ਇੱਕ ਵਾਰ ਜਿੱਤ ਕੇ ਆਈ ਹੈ, ਹਲੇ ਭਰੋਸਾ ਉਹਨਾਂ ਨੇ ਬਣਾਉਣਾ ਬਾਕੀ ਹੈ। ਤੇ ਇਹ ਸਜ਼ਾ ਜਨਤਾ ਜਿਹੜੀ ਹੈ ਇਹ ਕਿਸੇ ਨੂੰ ਵੀ ਦੇ ਸਕਦੀ ਹੈ। ਤੇ ਇਹ ਜ਼ਰੂਰੀ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਹੋਣਾ ਨੇ ਪਟਾ ਲਿਖਾ ਲਿਆ, ਇਮਾਨਦਾਰੀ ਨਾਲ ਕਰਕੇ ਵਿਖਾਉਣਾ ਪਏਗਾ। ਤੇ ਮੈਨੂੰ ਇਹ ਲੱਗਦਾ ਬੋਨੀ ਕਿ ਇਹ ਵਿਖਾਉਣਾ ਪੈਣਾ ਤੇ ਵਿਖਾਉਣਗੇ ਵੀ, ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਰਾਸ਼ਟਰੀ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹ ਇਸ ਵੇਲੇ ਅੱਖ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਰੱਖੀ ਬੈਠੇ ਨੇ, ਕਿਉਂਕਿ ਉਹਨਾਂ ਦੇ ਮੁਤਾਬਕ ਉਹ ਜੇਕਰ ਪੰਜਾਬ ਮਾਡਲ ਨੂੰ ਪਹਿਲਾ ਸੂਬਾ ਪੂਰਨ ਤੌਰ ਤੇ ਉਹਨਾਂ ਦੇ ਹਵਾਲੇ ਹੋਇਆ, ਜੇਕਰ ਪੰਜਾਬ ਦੇ ਵਿੱਚੋਂ ਉਹ ਕੁਝ ਕਰਕੇ ਵਿਖਾਉਣਗੇ ਤਾਂ ਉਹ ਹੋਰ ਸੂਬਿਆਂ ਨੂੰ ਇੱਕ ਰੋਲ ਮਾਡਲ ਦੇ ਤੌਰ ਦੇ ਉੱਤੇ ਪੰਜਾਬ ਨੂੰ ਅੱਗੇ ਪੇਸ਼ ਕਰਨਗੇ ਵੀ ਅਸੀਂ ਪੰਜਾਬ ਦੇ ਵਿੱਚ ਆਹ ਕੀਤਾ, ਦਿੱਲੀ 'ਚ ਅਸੀਂ ਆਹ ਕੀਤਾ ਸੀ, ਉਹਦੇ ਕਰਕੇ ਸਾਨੂੰ ਪੰਜਾਬ ਮਿਲਿਆ। ਦਿੱਲੀ 'ਚ ਸਾਡੇ ਕੋਲ ਕੁਝ ਵੀ ਨਹੀਂ ਸੀ, ਸਾਡੇ ਹੱਥ ਦੇ ਵਿੱਚ ਪੰਜਾਬ 'ਚ ਸਾਡੇ ਕੋਲ ਪੂਰਨ ਅਖਤਿਆਰ ਨੇ ਤੇ ਅਸੀਂ ਆਹ ਕੁਝ ਕਰਕੇ ਵਿਖਾਇਆ। ਉਸ ਨੂੰ ਲੀਡ ਕਰਦੇ ਹੋਏ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਆਪਣੀਆਂ ਸਰਕਾਰਾਂ ਬਣਾ ਕੇ ਤੇ ਦੇਸ਼ ਦੇ ਵਿੱਚ ਰਾਜ ਕਰਨ ਦੀ ਸੁਪਨਾ ਲਈ ਬੈਠੇ ਨੇ। ਤੇ ਜੇਕਰ ਉਹ ਇਸ ਦੇ ਉੱਤੇ ਐਕਸ਼ਨ ਨਹੀਂ ਲੈਂਦੇ, ਇਹਨਾਂ ਚੀਜ਼ਾਂ ਨੂੰ ਲੈ ਕੇ ਵਿਸਲੇ ਹੋ ਜਾਂਦੇ ਨੇ, ਤੇ ਫਿਰ ਉਹ ਸੁਪਨਾ ਜਿਹੜਾ ਉਹ ਪੂਰਾ ਨਹੀਂ ਹੋ ਸਕਦਾ। ਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਚਾਹੀਦਾ, ਪੂਰੇ ਹਿੰਦੁਸਤਾਨ ਦੇ ਉੱਤੇ ਉਹਨਾਂ ਨੇ ਰਾਜ ਕਰਨਾ ਹੈ। ਤੇ ਦੇਸ਼ ਦੇ ਲਈ ਭਲਾਈ ਵੀ ਇਸੇ ਗੱਲ ਦੀ ਹੈ,
ਕਿ ਹੁਣ ਤੱਕ ਜਿਨੇ ਹੋਏ ਅਜਮਾਏ ਹੋਏ ਲੋਕਾਂ ਨੂੰ ਅਸੀਂ ਅਜਮਾ ਲਿਆ, ਅਜਮਾਏ ਹੋਏ ਲੋਕਾਂ ਨੂੰ ਅਸੀਂ ਅਜਮਾਉਂਦੇ ਆਏ ਹਾਂ, ਤੇ ਉਹਨਾਂ ਨੂੰ ਹੁਣ ਜੇਕਰ ਆਪਾਂ ਨੇ ਆਮ ਆਦਮੀ ਪਾਰਟੀ ਨੂੰ ਉਹਨਾਂ ਨੂੰ ਛੱਡ ਕੇ ਵਾਗਡੋਰ ਦਿੱਤੀ ਹੈ, ਤੇ ਫਿਰ ਭਰੋਸਾ ਵੀ ਆਪਾਂ ਨੂੰ ਪੂਰਾ ਕਰਨਾ ਪਏਗਾ। ਪਰ ਲੋਕਾਂ ਦੇ ਭਰੋਸੇ ਦੇ ਉੱਤੇ ਖਰਾ ਉਤਰਨ ਲਈ ਭਗਵੰਤ ਮਾਨ ਹੋਣਾ ਨੂੰ ਕੁਛ ਨਾ ਕੁਛ ਕਰਕੇ ਵਿਖਾਉਣਾ ਜ਼ਰੂਰੀ ਪਏਗਾ। ਕੁਲਵੰਤ ਜੀ ਦੇਖੋ, ਜਿਵੇਂ ਜਵਾਕ ਕਰਦਾ ਹੁੰਦਾ ਨਾ ਵੀ ਖਰੀਂਡ ਦੇ ਉੱਤੇ ਦੁਆਰਾ ਉਹ ਮਾਰੀ ਜਾਂਦਾ ਪੰਜੇ, ਤੇ ਮੈਂ ਉੱਥੇ ਹੀ ਰਹਿਣਾ ਕਿ 15,000 ਰੁਪਏ ਇਹਨਾਂ ਦੀ ਬੇਸਿਕ ਤਨਖਾਹ ਐਮਐਲਏ ਦੀ ਬਣਦੀ ਸੀ। ਉਸ ਤੋਂ ਬਾਅਦ 2016 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣੀ ਜਾਂਦੇ ਜਾਂਦੇ ਕਰ ਗਏ ਕਿ ਤੁਸੀਂ ਐਂ ਕਰੋ ਵੀ ਜਿਹੜੇ ਹੁਣ ਐਮਐਲਏ ਜਿਹੜੇ ਜਿਨ੍ਹਾਂ ਦੀ ਪੈਨਸ਼ਨ ਲੱਗਣੀ ਆ ਉਹਨਾਂ ਦੇ ਵਿੱਚ 6ਵੀਂ 7ਵੀਂ ਵਾਰ ਲੱਗਣੀ ਸੀ ਉਦੋਂ, ਤੇ 10ਵੀਂ ਵਾਰ ਲੱਗਣੀ ਸੀ, ਤੇ ਉਦੋਂ ਕਰ ਗਏ ਕਿ ਜੀ ਜਿਹੜਾ ਡੀਏ ਹੈ, ਜਿਹੜਾ ਮਹਿੰਗਾਈ ਭੱਤਾ ਹੈ, ਉਹ ਹੁਣ ਐਮਐਲਏ ਨੂੰ ਐ ਮਿਲੂਗਾ ਕਿ ਜਿੰਨਾ ਕਿ ਸਰਕਾਰੀ ਕਰਮਚਾਰੀਆਂ ਨੂੰ ਹੋਰਾਂ ਨੂੰ ਮਿਲਦਾ। ਤੇ ਉਹਨਾਂ ਨੇ ਕਹਿਤਾ ਜੀ ਵੀ ਜਿੰਨਾ ਸਰਕਾਰੀ ਕਰਮਚਾਰੀਆਂ ਨੂੰ ਮਿਲਿਆ, ਜੇ ਉਹਨਾਂ ਦਾ 6% ਆ ਤਾਂ ਤੁਹਾਡਾ 6% ਆ, ਜੇ ਉਹਨਾਂ ਦਾ 9 ਹੋ ਗਿਆ ਤਾਂ ਤੁਹਾਡਾ 9 ਹੋ ਗਿਆ। ਤੇ ਹੁਣੇ ਕਰਦੇ ਕੀ ਰਹੇ ਨੇ ਕਥਿਤ ਤੌਰ ਦੇ ਉੱਤੇ, ਮੀਡੀਆ ਰਿਪੋਰਟ ਕਹਿੰਦੀਆਂ ਨੇ ਕਿ 15,000 ਜੀ ਇਹਨਾਂ ਦੀ ਬੇਸਿਕ ਤਨਖਾਹ ਹੈ, ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਬੇਸਿਕ ਦੇ ਵਿੱਚ ਹੀ 50% ਡੀਏ ਜਿਹੜਾ ਮਰਜ ਕਰ ਲਿਆ, ਤੇ ਉਦੋਂ ਬਾਅਦ ਜਿੰਨੀ ਕੁੱਲ ਰਕਮ ਮਿਲੀ ਉਹਦੇ ਵਿੱਚ 234% ਜਿਹੜਾ ਡੀਏ ਹੈ ਉਹ ਰੇਜ਼ ਕਰਕੇ, ਤੇ ਇੱਕ ਵਾਰ ਵਾਲਿਆਂ ਨੇ 55,925 ਤੇ ਫਿਰ 6 ਵਾਰ ਵਾਲਿਆਂ ਨੇ 2,42,000 ਤੇ 450 ਰੁਪਏ ਹਰੇਕ ਮਹੀਨੇ ਜਿਹੜੇ ਆਮ ਲੋਕਾਂ ਦੇ ਨੇ, ਗਰੀਬ ਬੰਦਿਆਂ ਦੇ ਨੇ, ਜਿਹੜੇ ਸੂਈ ਤੋਂ ਲੈ ਕੇ ਰਾਤ ਦੇ ਸੌਣ ਵਾਲੀ ਗੁੱਡ ਨਾਈਟ ਤੱਕ ਵੀ ਜਿਹੜੇ ਦਿੰਦੇ ਨੇ ਉਹ ਟੈਕਸ, ਉਹਨਾਂ ਦੇ ਉਹ ਕਾਗਜ਼ਾਂ ਦੇ ਵਿੱਚ ਹੀ ਸਹੀ ਉਹ ਖਾ ਗਏ ਨੇ। ਤੇ ਇਹਨਾਂ ਦਾ ਹੁਣ ਅੱਗੇ ਜਵਾਬਦੇਹੀ ਹੈ ਕਿਹਦੀ ਹੈ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਇਹਦੀ ਹੁਣ ਐ ਤਾਂ ਨਹੀਂ ਹੈ ਵੀ ਕੋਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹੀ ਫਸ ਕੇ ਰਹਿ ਜੇ, ਜਿਵੇਂ ਕਹਿੰਦੇ ਵੀ ਜਿਵੇਂ ਪਹਿਲਾਂ ਆਉਂਦੇ ਸਾਰ ਮਨਪ੍ਰੀਤ ਬਾਦਲ ਉਹਨਾਂ ਦੇ ਉੱਪਰ ਕਾਫੀ ਸਵਾਲ ਚੁੱਕੇ ਸੀ ਇਹਨਾਂ ਨੇ, ਚੰਨੀ ਸਰਕਾਰ ਨੇ ਵੀ ਆਪਣੇ ਵਿੱਚ ਹੀ ਕਾਟੋਕਲੇਸ਼ ਕਾਂਗਰਸ ਦਾ ਕਾਫੀ ਚੱਲਦਾ ਰਿਹਾ ਸੀ ਕਿ ਉਹਨਾਂ ਨੇ ਜੀ ਸਮਝੌਤੇ ਗਲਤ ਕਰੇ। ਉਹ ਕੋਈ ਕਹਿ ਦਿੰਦਾ ਵੀ ਖਜ਼ਾਨਾ ਖਾਲੀ ਹੈ ਜੀ, ਕੋਈ ਕਹਿ ਦਿੰਦਾ ਜੀ ਬਾਬੇ ਨਾਨਕ ਦਾ ਖਜ਼ਾਨਾ ਕਦੀ ਖਾਲੀ ਨਹੀਂ ਹੋ ਸਕਦਾ। ਤੇ ਹੁਣ ਇਹੋ ਜਿਹਾ ਕੁਛ ਤਾਂ ਨਹੀਂ ਹੋਊਗਾ, ਕਿਉਂਕਿ 2-4 ਬੰਦੇ ਤਾਂ ਜਿਹੜੇ ਕਾਂਗਰਸੀਆਂ ਦੇ ਅਕਾਲੀਆਂ ਦੇ ਉਹ ਵੀ ਆਏ ਹੋਏ ਜਿਹੜੇ ਆਪ ਦੇ ਵਿੱਚ ਮਿਲੇ ਨੇ, ਕੀ ਪਤਾ ਉਹਨਾਂ 'ਚੋਂ ਵੀ ਇੱਕ ਅੱਧਾ ਕੋਈ ਕਾਣਾ ਕਰ ਰੱਖਿਆ ਹੋਵੇ ਇਹਨਾਂ ਨੇ ਪਹਿਲਾਂ। ਦੇਖੋ ਇੱਦਾਂ ਹੈ ਕਿ ਇੱਕ ਕਹਾਵਤ ਹੈ ਕਿ ਅੰਨਾ ਵੰਡੇ ਰਿਓੜੀਆਂ ਤੇ ਮੁੜ ਆਪਣਿਆਂ ਨੂੰ। ਇਹ ਉਹ ਕੰਮ ਹੋਇਆ ਕਿ ਜੇਕਰ ਇਹਨਾਂ ਨੇ ਸਰਕਾਰਾਂ ਇਹਨਾਂ ਦੇ ਹੱਥ 'ਚ ਸੀਗੀਆਂ, ਸਾਰੇ ਐਮਐਲਏਆਂ ਦੇ ਹੱਥ 'ਚ, ਤੇ ਇਹਨਾਂ ਨੇ ਆਪਣੇ ਮੁਤਾਬਕ ਹੀ ਜਿਹੜੀ ਸੀਗੀ ਉਹ ਆਪਾਂ ਨੇ ਆਪ ਨੂੰ ਹੀ ਜਿਹੜਾ ਉਹਨਾਂ ਨੇ ਡੀਏ ਯਾਨੀ ਕਿ ਡੇਅਰਨੈਸ ਅਲਾਊਂਸ ਜਿਹੜਾ ਮਹਿੰਗਾਈ ਭੱਤਾ ਪਹਿਲਾਂ ਜੋੜ ਲਿਆ ਬੇਸਿਕ ਦੇ ਵਿੱਚ, ਆਪਣੇ ਆਪ ਹੀ ਫਿਰ 234% ਉਹਦੇ ਉੱਤੇ ਵੀ ਲਗਾ ਲਿਆ। ਤੇ ਇਹਨਾਂ ਨੂੰ ਇਹ ਪਤਾ ਸੀਗਾ ਕਿ ਕਦੇ ਸਰਕਾਰ ਸਾਡੀ ਤੇ ਕਦੇ ਉਹਨਾਂ ਦੀ ਆਈ ਜਾਣੀ ਹੈ, ਤੇ ਨਾ ਅਸੀਂ ਬੋਲਣਾ ਤੇ ਨਾ ਉਹਨਾਂ ਨੇ ਬੋਲਣਾ, ਤੇ ਬੰਦੇ ਸਾਡੇ ਹੀ ਰਹਿਣੇ ਨੇ। ਪਰ ਐਤਕੀ ਉਹਨਾਂ ਦੇ ਜਿਹੜੀ ਚੇਤੇ ਤੋਂ ਵੀ ਪਰੇ ਚਲਾ ਗਿਆ। ਸ਼ਾਇਦ ਇਹੋ ਕਾਰਨ ਸੀਗੇ ਕਿ ਪਿਛਲੀ ਵਾਰ ਦੀ ਤੁਸੀਂ ਅਗਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇਕਰ ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਪ੍ਰਚਾਰ ਚੱਲ ਰਿਹਾ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਜੇਕਰ ਬਿਆਨ ਦੇਖੀਏ ਤਾਂ ਉਹ ਇੰਝ ਜਾਪਦਾ ਸੀ ਕਿ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ, ਤੇ ਇਹ ਵਿਰੋਧੀ ਧਿਰਾਂ ਹੋ ਕੇ ਇਕੱਠੀਆਂ ਮਿਲ ਕੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿਰੁੱਧ ਬਿਆਨ ਦੇ ਰਹੀਆਂ ਨੇ। ਇਸੇ ਕਰਕੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਫਿਰ ਸਾਡੇ ਜਿਹੜੇ ਪੋਤੜੇ ਨੇ ਉਹ ਜਿਹੜੇ ਉਹ ਹੁਣ ਤੱਕ ਜੋ ਵੀ ਹੁੰਦਾ ਆਇਆ, ਜੇਕਰ ਕੁਝ ਗਲਤ ਹੋਇਆ ਵਾ ਤਾਂ ਉਹ ਸਾਰੇ ਇਹ ਜਿਹੜੇ ਆ ਨਿਕਲ ਕੇ ਸਾਹਮਣੇ ਆ ਜਾਣੇ ਨੇ। ਤੇ ਉਹ ਪਿਛਲੀ ਵਾਰ ਜਿਹੜੇ ਆ ਉਹ ਕਿਤੇ ਨਾ ਕਿਤੇ ਕਰਕੇ ਉਹ ਰਹਿ ਗਏ, ਆਪਸੀ ਫੁੱਟ ਕਰਕੇ ਰਹਿ ਗਏ ਲਾ ਲਓ, ਜਾਂ ਇਹਦੇ ਵਿੱਚ ਰਾਸ਼ਟਰੀ ਸੰਯੋਜਕ ਦੀ ਕੋਈ ਗਲਤੀ ਰਹਿ ਗਈ ਇਹਨਾਂ ਦੇ ਆਮ ਆਦਮੀ ਪਾਰਟੀ ਵਾਲਿਆਂ ਦੀ, ਜਾਂ ਫਿਰ ਜਨਤਾ ਨੂੰ ਉਹਨਾਂ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਹੋਇਆ। ਕੁਝ ਹਾਲਾਤ ਇਸ ਤਰ੍ਹਾਂ ਦੇ ਬਣੇ, ਕਿਸੇ ਨੂੰ ਭਰਮਾ ਲਿਆ ਗਿਆ, ਕੀ ਹੋਇਆ, ਪਰ 20 ਐਮਐਲਏ ਤੱਕ ਸੀਮਿਤ ਹੋ ਕੇ ਰਹਿ ਗਏ। ਤੇ ਉਦੋਂ ਵੀ ਅਗਰ ਜੇਕਰ ਦੇਖਿਆ ਜਾਵੇ ਤਾਂ ਉਦੋਂ ਵੀ ਪੂਰੇ ਇਹ ਮਿਲ ਕੇ ਇਹਨਾਂ ਨੇ ਜਿਹੜੀ ਆ ਉਹ ਕੰਪੇਨਿੰਗ ਕੀਤੀ, ਤੇ ਮਿਲ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਅਗੇਂਸਟ ਖੜੇ ਹੋ ਗਏ ਸੀ। ਜੇਕਰ ਆਪਾਂ ਅਖਬਾਰਾਂ ਦੀਆਂ ਸੁਰਖੀਆਂ ਨੂੰ ਇਕੱਠੇ ਕਰਕੇ ਵੇਖੀਏ ਤੇ ਉਹਦੇ ਵਿੱਚ ਇਹ ਸਪਸ਼ਟ ਦਿਖਦਾ ਹੁੰਦਾ ਜੀ ਕਿ ਦੋਹੇ ਪਾਰਟੀਆਂ ਆਪਸੀ ਲੜਾਈ ਦੀ ਬਜਾਏ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜੀਆਂ ਸੀ ਉਹ ਲੜ ਰਹੀਆਂ ਸੀਗੀਆਂ। ਤੇ ਐਤਕੀ ਵੀ ਉਹ ਇਹ ਸਾਬਤ ਹੁੰਦਾ ਜਦੋਂ ਇਹ ਚੀਜ਼ਾਂ ਸਾਹਮਣੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਤੇ ਉਹਨਾਂ ਗੱਲਾਂ ਦੇ ਉੱਤੇ ਮੰਨਣ ਨੂੰ ਯਕੀਨ ਕਰਨ ਲੱਗ ਪੈਂਦਾ ਦਿਲ ਕਿ ਉਹ ਜਦੋਂ ਜੋ ਕੁਝ ਹੋ ਰਿਹਾ ਸੀ ਵੀ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਮਿਲ ਕੇ ਦੋਨੇ ਪਾਰਟੀਆਂ ਢਾਹ ਰਹੀਆਂ ਸੀ, ਉਹਦੇ ਪਿੱਛੇ ਦਾ ਕਾਰਨ ਇਹ ਸੀ ਵੀ ਘਪਲੇ ਬਾਹਰ ਨਿਕਲਣਗੇ ਤੇ ਉਹਦੇ 'ਚ ਅਸੀਂ ਵੀ ਕਿਤੇ ਨਾ ਕਿਤੇ ਇਨਵੋਲਵ ਹੋ ਸਕਦੇ ਹਾਂ, ਤੇ ਉਹ ਸਾਡੇ ਜਿਹੜੇ ਵਿਰੋਧੀ ਵੀ ਇਨਵੋਲਵ ਹੋ ਸਕਦੇ। ਸਿੰਘ ਸਿੱਧੂ ਉਹਨਾਂ ਦੀ ਗੱਲ ਯਾਦ ਆ ਜਾਂਦੀ ਨੇ, ਕਹਿੰਦੇ 75-25 ਖੇਡਦੇ ਨੇ। ਖੈਰ ਉਹ 75-25 ਦੀਆਂ ਗੱਲਾਂ ਕਰਦੇ ਰਹੇ, ਉਹ ਹੋਰ ਮਾਈਨਿੰਗ ਦੀਆਂ ਗੱਲਾਂ ਕਰਦੇ ਰਹੇ। ਇਹਦੇ ਬਾਰੇ ਜਿਹੜੇ ਸਿੱਧੂ ਸਾਹਿਬ ਆ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਆਇਆ ਹਜੇ ਤੱਕ, ਉਹਨਾਂ ਨੇ ਕੁਝ ਕਿਹਾ ਨਹੀਂ। ਤੁਹਾਡਾ ਆਖਰੀ ਕਮੈਂਟ ਲਵਾਂਗੇ ਕਿ ਹੋ ਸਕਦਾ ਕਿ ਇਹਦੇ ਤੇ ਹੁਣ ਸਿੱਧੂ ਸਾਹਿਬ ਦਾ ਕੀ ਕਹਿਣਾ ਹੈ, ਕਿਉਂਕਿ ਉਹ ਹੁਣ ਕੋਈ ਪ੍ਰਧਾਨ ਤਾਂ ਰਹੇ ਨਹੀਂ ਕਾਂਗਰਸ ਦੇ, ਤੇ ਉਹਨਾਂ ਦਾ ਮੈਨੂੰ ਲੱਗਦਾ ਹੁਣ ਖਾਸ ਕੋਈ ਦਿਲ ਲੱਗ ਵੀ ਨਹੀਂ ਰਿਹਾ ਕਾਂਗਰਸ, ਜਿਹੜੇ ਕਿ ਉਹਨਾਂ ਦੇ ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਉਹਨਾਂ ਨੇ ਜਿਵੇਂ ਹੁਣ ਬਾਦਲ ਸਾਹਿਬ ਹੋਣੀ ਨੇ, ਵੱਡੇ ਬਾਦਲ ਹੋਣੀ, ਉਹ ਜਾ ਕੇ
ਧੰਨਵਾਦ ਰੈਲੀਆਂ ਵੀ ਕਰਦੇ ਨੇ। ਉਹ ਦੂਜੇ ਪਾਸੇ ਉਲਟਾ ਦੇਖਣ ਨੂੰ ਮਿਲਿਆ ਕਿ ਸਿੱਧੂ ਸਾਹਿਬ ਨੂੰ ਜਿਹੜੇ ਐਮਐਲਏ ਨੇ ਉਹਨਾਂ ਦੇ ਨਾਲ ਦੇ ਉਹ ਮਿਲਣ ਆਏ ਸੀ ਵੀ ਹੱਲਾਸ਼ੇਰੀ ਦੇਣ ਵੀ ਚੱਲ ਕੋਈ ਗੱਲ ਨਹੀਂ, ਹਾਰ ਜਿੱਤ ਚੱਲਦੀ ਰਹਿੰਦੀ ਆ। ਸਿੱਧੂ ਸਾਹਿਬ ਤਾਂ ਜਿਵੇਂ ਮੁਸਕੇ ਜੇ ਬਹਿ ਜਾਂਦੇ ਨੇ ਸਾਈਡ ਤੇ ਉਵੇਂ ਆ। ਤੇ ਹੁਣ ਇਹਦੇ ਉੱਤੇ ਉਹਨਾਂ ਦਾ ਬਿਆਨ ਆਉਣਾ ਬਣਦਾ, ਕਿਉਂਕਿ ਹੁਣ ਤਾਂ ਕਾਫੀ ਟਾਈਮ ਲੱਗ ਗਿਆ, ਸਵੇਰ ਦੀ ਖਬਰ ਚੱਲ ਰਹੀ ਹੈ। ਜੇ ਆਪਾਂ ਚਰਚਾ ਕਰ ਰਹੇ ਹਾਂ, ਉਹਨਾਂ ਦੇ ਤਾਂ ਤੜਥੱਲੀ ਮੱਚੀ ਹੋਣੀ ਉਸ ਟਾਈਮ। ਦੇਖੋ ਇੱਦਾਂ ਹੈ ਕਿ ਨਵਜੋਤ ਸਿੰਘ ਸਿੱਧੂ ਹੋਣਾ ਦਾ ਬਿਆਨ ਆਉਣਾ ਬਣਦਾ ਹੈਗਾ। ਨਵਜੋਤ ਸਿੰਘ ਸਿੱਧੂ ਹੋਣੀ ਫਿਲਹਾਲ ਮੌਨ ਵਰਤ ਤੇ ਗਏ ਹੋਏ ਨੇ। ਵੇਖਣਾ ਇਹ ਹੋਵੇਗਾ ਕਿ ਸਿੱਧੂ ਸਾਹਿਬ ਜਿਹੜੇ ਨੇ ਇਹਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੇ ਨੇ। ਪਰ ਸਿੱਧੂ ਸਾਹਿਬ ਦੇ ਬਾਰੇ ਇੱਕ ਚੀਜ਼ ਤਾਂ ਸਾਰਿਆਂ ਨੂੰ ਸ਼ਾਇਦ ਇਹ ਮੰਨਣੀ ਪਏਗੀ ਵੀ ਸਿੱਧੂ ਸਾਹਿਬ ਸ਼ਾਇਦ ਇਸ ਮਾਮਲੇ 'ਚ ਇਨਵੋਲਵ ਨਾ ਹੋਣ, ਕਿਉਂਕਿ ਨਾ ਤਾਂ ਉਹ ਸਾਬਕਾ ਹੋਏ ਨੇ ਕਦੇ, ਕਿਉਂਕਿ ਉਹ ਜਿੱਤਦੇ ਹੀ ਆਏ ਨੇ ਹਮੇਸ਼ਾ। ਪਰ ਇਹ ਵੀ ਹੋ ਸਕਦਾ ਵੀ ਇਹਦੇ 'ਚ ਟੈਕਨੀਕਲੀ ਇਹ ਵੀ ਦੇਖਣਾ ਪਏਗਾ ਵੀ ਇੱਕ ਵਾਰ ਜਿੱਤਣ ਤੋਂ ਬਾਅਦ ਜਿਹੜਾ ਜੋ ਦੂਜੀ ਵਾਰ ਆਉਂਦਾ ਤੇ ਉਹ ਪਿਛਲੀ ਵਾਰ ਵਾਲੀ ਨਾਲ ਜੁੜਦੀ ਹੈ, ਤੇ ਜੇਕਰ ਉਹ ਜੁੜਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਕਿੰਨੀ ਗਈ ਹੈ। ਤੇ ਜੇ ਉਹ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਗਈ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਕੀ ਇਸ ਬਾਰੇ ਪਤਾ ਸੀ? ਜੇ ਪਤਾ ਸੀ ਤਾਂ ਉਹਦੇ ਸਵਾਲ ਕਿਉਂ ਨਹੀਂ ਚੱਕੇ ਇਹਨਾਂ ਦੇ ਨਾਲ ਦੇ? ਜਿਵੇਂ ਹੁਣ ਆਪਣੀ ਤਨਖਾਹ ਮੇਰੀ ਕਿੰਨੀ ਆ, ਤੁਹਾਡੀ ਕਿੰਨੀ ਆ, ਆਪਾਂ ਦੋਨਾਂ ਆਪਸ 'ਚ ਸ਼ੇਅਰ ਕਰ ਲੈਂਦੇ ਆ। ਇਹਨਾਂ ਦੇ ਕਰੀਬੀ ਕਈ ਰਹੇ ਹੋਣੇ, ਪ੍ਰਗਟ ਸਿੰਘ ਹੋਣੀ ਇਹਨਾਂ ਦੇ ਬੜੇ ਕਰੀਬੀ ਦੱਸੇ ਜਾਂਦੇ ਆ। ਪਹਿਲਾਂ ਅਕਾਲੀ ਦਲ 'ਚ ਰਹੇ ਆ, ਉਸ ਤੋਂ ਬਾਅਦ ਹੁਣ 2 ਟਰਮਾਂ ਜਿਹੜੇ ਕਾਂਗਰਸ ਦੇ ਵਿੱਚ ਲੜੇ ਆ। ਉਹ ਮਾੜਾ ਮੋਟਾ ਤਾਂ ਆਦਾਨ ਪ੍ਰਦਾਨ ਹੁੰਦਾ ਹੀ ਹੋਣਾ ਵੀ ਹਾਂ ਭਾਈ ਇੰਨੀ ਕੁ ਪੈਨਸ਼ਨ ਆ ਗਈ, ਤੇਰੀ ਕਿੰਨੀ ਕੁ ਆਈ ਆ, ਤੇ ਉਹ ਪਤਾ ਤਾਂ ਲੱਗਦਾ ਹੀ ਹੋਣਾ ਵੀ ਬੇਸਿਕ ਕਿੰਨੀ ਆ। ਵੈਸੇ ਵੀ ਬੜੇ ਜਿਹੜੇ ਸ਼ਾਰਪ ਮਾਈਂਡਡ ਬੰਦੇ ਨੇ, ਪੰਜਾਬ ਦੀ ਗੱਲ ਕਰਦੇ ਨੇ, ਕਹਿੰਦੇ ਸੀ ਜਿੱਤੇਗਾ ਪੰਜਾਬ, ਆਪ ਹਾਰ ਗਏ। ਪਰ ਚਲੋ ਹੁਣ ਆਪਾਂ ਸ਼ੋਅ ਦੀ ਐਂਡਿੰਗ ਕਰਾਂਗੇ, ਤੁਸੀਂ ਆਪਣਾ ਆਖਰੀ ਕਮੈਂਟ ਜ਼ਰੂਰ ਦਿਓ। ਮੇਰਾ ਆਖਰੀ ਕਮੈਂਟ ਤਾਂ ਇਹੀ ਹੋਏਗਾ ਬੁੰਨੀ ਕਿ ਪੰਜਾਬ ਦੀ ਜਨਤਾ ਜਿਹੜੀ ਹੈ ਇਹਦੇ ਵਿੱਚ ਵੇਟ ਐਂਡ ਵਾਚ ਦੀ ਪਾਲਿਸੀ ਅਪਣਾਵੇ। ਹਰੇ ਬਹੁਤ ਕੁਝ ਨਿਕਲਣ ਦੀ ਜਿਹੜੀ ਆ ਉਮੀਦ ਕੀਤੀ ਜਾ ਰਹੀ ਹੈ। ਪਹਿਲਾਂ ਹੀ ਨਾ ਤਾਂ ਭਗਵੰਤ ਮਾਨ ਹੋਣਾ ਦੇ ਉੱਤੋਂ ਵਿਸ਼ਵਾਸ ਚੱਕੇ, ਨਾ ਹੀ ਉਹਨਾਂ ਦੇ ਖਿਲਾਫ ਕੁਝ ਇਸ ਤਰ੍ਹਾਂ ਦਾ ਕੀੜਾ ਕੀਤਾ ਜਾਣਾ ਚਾਹੀਦਾ। ਹਾਲੇ ਆਪਾਂ ਨੂੰ ਪਹਿਲੇ ਕੁਝ ਮਹੀਨੇ ਜਿਹੜੀ ਉਹ ਵੇਖਣੇ ਪੈਣਗੇ ਵੀ ਕਿ ਸਰਕਾਰ ਊਂਠ ਜਿਹੜਾ ਉਹ ਸਰਕਾਰੀ ਊਂਠ ਕਿਸ ਕਰਵਟ ਬੈਠੇਗਾ। ਕੀ ਇਹ ਵੀ ਉੱਦਾਂ ਦਾ ਨਹੀਂ ਚੱਲ ਰਿਹਾ ਕਿੱਦਾਂ ਦੇ ਜਿੱਦਾਂ ਦੇ ਪਹਿਲਾਂ ਸਰਕਾਰਾਂ ਕਰਦੀਆਂ ਆਈਆਂ ਨੇ? ਕੀ ਡਰਾਉਣ ਵਾਲੀ ਪਾਲਿਸੀ ਤਾਂ ਨਹੀਂ ਸ਼ੁਰੂ ਹੋ ਗਈ ਹੈ? ਕੀ ਇਹਦੇ ਵਿੱਚੋਂ ਸ਼ੁਰੂ ਦੇ ਵਿੱਚ ਪਹਿਲਾਂ ਕੁਝ ਘਪਲੇ ਜੇ ਦਿਖਾ ਕੇ ਮੁੜ ਕੇ ਦਬਾ ਕੇ ਉਹ ਸਿਸਟਮ ਤਾਂ ਨਹੀਂ ਚੱਲ ਰਿਹਾ? ਹਲੇ ਆਪਾਂ ਨੂੰ ਵੇਟ ਐਂਡ ਵਾਚ ਦੀ ਪਾਲਿਸੀ ਅਪਣਾਉਣੀ ਪਏਗੀ। ਤੇ ਜੇਕਰ ਇਸ ਤਰ੍ਹਾਂ ਕੁਝ ਨਿਕਲ ਕੇ ਆਉਂਦਾ ਹੈ ਬੋਨੀ, ਮੈਂ ਆਖਰੀ ਕਮੈਂਟ ਦੇ ਵਿੱਚ ਇਹੀ ਕਹਾਂਗਾ ਕਿ ਜੇਕਰ ਆਮ ਆਦਮੀ ਪਾਰਟੀ ਜਿੱਦਾਂ ਦੇ ਫੈਸਲੇ ਲੈਂਦੀ ਆਈ ਹੈ ਤੇ ਜੇਕਰ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ 25 ਸਾਲਾਂ ਤੱਕ ਆਮ ਆਦਮੀ ਪਾਰਟੀ ਜਿਹੜੀ ਹੈ ਪੰਜਾਬ 'ਚ ਜਾਣ ਵਾਲੀ ਹੈ। ਜੀ 25 ਸਾਲਾਂ ਦੀ ਗੱਲ ਕਰੀਏ ਕੁਲਵੰਤ ਜੀ ਨੇ, ਇਹੀ ਇੱਕ ਜਿਹੜਾ ਦਾਅਵਾ ਹੈ ਪਹਿਲਾਂ ਸੁਖਬੀਰ ਬਾਦਲ ਹੋਣੀ ਕਰਦੇ ਹੁੰਦੇ ਸੀ, ਕਹਿੰਦੇ 25 ਸਾਲ ਅਸੀਂ ਰਾਜ ਕਰਨਾ। 10 ਸਾਲ ਕਰਕੇ ਮੁੜ ਕੇ ਹੁਣ 3-4 ਸੀਟਾਂ ਤੇ ਰਹਿ ਗਏ ਨੇ। ਤੇ ਅੱਜ ਕੱਲ੍ਹ ਵਿਰੋਧੀਆਂ ਦਾ ਐਵੇਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਵੇਂ ਹੁਣ ਕੋਈ ਵੀ ਗੱਲਬਾਤ ਕਰਦੀ ਆ, ਕੱਲ੍ਹ ਨੂੰ ਉਹਨਾਂ ਨੇ ਨੰਬਰ ਜਾਰੀ ਕੀਤਾ ਕੰਪਲੇਂਟ ਵਾਲਾ, ਤਾਂ ਉਹਦੇ 'ਚ ਵੀ ਕੱਲ੍ਹ ਨੂੰ ਜਿਵੇਂ ਵਿਆਹ 'ਚ ਇੱਕ ਫੁੱਫੜ ਨਹੀਂ ਰੁੱਸਿਆ ਫਿਰਦਾ ਹੁੰਦਾ ਵੀ ਨਹੀਂ ਜੀ ਨਹੀਂ ਇਹਨਾਂ ਤੋਂ ਨਹੀਂ ਹੋਣਾ ਕੁਛ, ਨਾ 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 ਪਕੌੜੇ ਠੰਡੇ ਦੇਖੋ। ਤੇ ਉਹੋ ਜਿਹਾ ਹਿਸਾਬ ਦਾ ਹੁਣ ਚੱਲ ਪਿਆ ਵੀ ਹਰ ਇੱਕ ਗੱਲ ਤੇ ਨਿੰਜਣਾ ਸ਼ੁਰੂ ਹੋ ਗਿਆ। ਵੇਟ ਵੀ ਨਹੀਂ ਕਰਦੇ ਵੀ ਉਹਦਾ ਫੈਸਲਾ ਆਉਣਾ, ਅੱਗੇ ਕੀ ਪ੍ਰਤੀਕਿਰਿਆ ਆਉਣੀ ਆ, ਲੋਕਾਂ ਨੇ ਕੀ ਅੱਗੋਂ ਕਿਸ ਤਰ੍ਹਾਂ ਉਹਨੂੰ ਰਿਸੀਵ ਕਰਨਾ ਹੈ, ਕਿਸ ਤਰ੍ਹਾਂ ਉਹਨੂੰ ਯੂਜ਼ ਕਰਨਾ ਅੱਗੇ, ਉਹਦਾ ਵੀ ਨਹੀਂ ਵੇਟ ਹੋ ਰਹੀ। ਖੈਰ ਅਸੀਂ ਵੇਟ ਕਰਦੇ ਹਾਂ, ਦੇਖਦੇ ਹਾਂ ਕੀ ਗੱਲ ਹੁੰਦੀ ਆ। ਹੁਣ ਜਿਹੜਾ ਜਰਨਲਿਜ਼ਮ ਦਾ, ਜਰਨਲਿਸਟਾਂ ਦਾ ਜਿਹੜਾ ਕੰਮ ਹੈ ਉਹ ਵਾਚਡੌਗ ਦਾ ਰਹਿ ਗਿਆ, ਤੇ ਅਸੀਂ ਦੇਖਾਂਗੇ ਵੀ, ਤੇ ਅਸੀਂ ਖਰੋਦ ਕੇ ਤੁਹਾਡੇ ਸਾਹਮਣੇ ਖਬਰਾਂ ਲਿਆਵਾਂਗੇ ਵੀ। ਤੁਸੀਂ ਦੇਖਦੇ ਰਹੋ ਆਵਾਜ਼-ਏ-ਪੰਜਾਬ। ਮੇਰਾ ਨਾਮ ਬੋਨੀ ਬਿੰਦਰਾ, ਧੰਨਵਾਦ।